Hello students, beta in this video we are going to study about phase relation between E and I when circuit is purely resistive. We have to find phase relation between E and I. E ਤੇ I ਚੋਂ ਕਿਹੜੀ ਚੀਜ਼ ਅੱਗੇ ਚੱਲੇਗੀ, ਕਿਹੜੀ ਚੀਜ਼ ਪਿੱਛੇ ਚੱਲੇਗੀ, ਕਿਹੜੀ ਚੀਜ਼ ਅੱਗੇ ਚੱਲੇਗੀ, ਕਿਹੜੀ ਚੀਜ਼ ਪਿੱਛੇ ਚੱਲੇਗੀ, ਹੈ ਨਾ। ਜਦੋਂ ਸਰਕਿਟ ਪਿਓਰਲੀ ਰੈਜ਼ਿਸਟਿਵ ਸਰਕਿਟ ਹੋਵੇ। ਪਿਓਰਲੀ ਰੈਜ਼ਿਸਟਿਵ ਸਰਕਿਟ ਕਿਹਨੂੰ ਕਹਿੰਦੇ ਨੇ? ਜਦੋਂ ਬੇਟਾ AC ਸੋਰਸ ਨਾਲ ਸੋਰਸ ਹੋਵੇ, AC ਸਰਕਿਟ 'ਚ ਸਿਰਫ ਰੈਜ਼ਿਸਟੈਂਸ ਲੱਗੀ ਹੋਵੇ, ਓਨਲੀ ਰੈਜ਼ਿਸਟੈਂਸ। ਸੋਰਸ ਹੈਗਾ AC ਸੋਰਸ ਦੀ ਇਕੁਏਸ਼ਨ ਕੀ ਹੁੰਦੀ ਹੈ ਬੇਟਾ? EMF ਦੀ ਇਕੁਏਸ਼ਨ E = E naught sin omega t। ਸਰਕਿਟ 'ਚ ਜਿਹੜਾ ਕਰੰਟ ਹੋਏਗਾ ਉਸ ਕਰੰਟ ਦੀ ਇਕੁਏਸ਼ਨ ਬਣਾਵਾਂਗੇ, ਦੋਨਾਂ ਦੀ ਇਕੁਏਸ਼ਨ ਕੰਪੇਅਰ ਕਰਾਂਗੇ। ਕੰਪੈਰੀਜ਼ਨ ਕਰਕੇ ਪਤਾ ਚੱਲ ਜਾਏਗਾ ਵੀ EMF ਅੱਗੇ ਚੱਲੇਗੀ ਜਾਂ ਕਰੰਟ ਅੱਗੇ ਚੱਲੇਗਾ। ਵੈਨ ਸਰਕਿਟ ਇਜ਼ ਪਿਓਰਲੀ ਰੈਜ਼ਿਸਟਿਵ। ਪਿਓਰਲੀ ਰੈਜ਼ਿਸਟਿਵ ਸਰਕਿਟ ਕਿਹੜਾ ਹੁੰਦਾ ਪਤਾ ਚੱਲ ਗਿਆ। ਪਿਓਰਲੀ ਰੈਜ਼ਿਸਟਿਵ ਸਰਕਿਟ ਕਿਹੜਾ ਹੁੰਦਾ ਬੇਟਾ? ਜਿਸ ਸਰਕਿਟ ਦੇ ਵਿੱਚ AC ਸੋਰਸ ਨਾਲ, ਦਿਸ ਇਜ਼ AC ਸੋਰਸ, ਪਤਾ ਨਾ AC ਸੋਰਸ ਦਾ ਸਿੰਬਲ, ਦਿਸ ਇਜ਼ AC ਸੋਰਸ। ਜਿਸ ਸਰਕਿਟ ਦੇ ਵਿੱਚ ਸਿਰਫ ਰੈਜ਼ਿਸਟੈਂਸ ਲੱਗੀ ਹੋਵੇ, ਓਨਲੀ ਰੈਜ਼ਿਸਟੈਂਸ, ਦੈਟ ਸਰਕਿਟ ਇਜ਼ ਨੋਨ ਐਜ਼ ਪਿਓਰਲੀ ਰੈਜ਼ਿਸਟਿਵ ਸਰਕਿਟ। ਇਸ ਦੇ ਵਿੱਚ EMF ਦੀ ਇਕੁਏਸ਼ਨ ਤਾਂ ਸਾਨੂੰ ਪਤਾ ਹੈ, ਅਸੀਂ ਕਰੰਟ ਦੀ ਇਕੁਏਸ਼ਨ ਬਣਾਉਣੀ, ਕਰੰਟ ਦੀ ਇਕੁਏਸ਼ਨ। ਫਿਰ ਅਸੀਂ ਦੋਨਾਂ ਦੀ ਇਕੁਏਸ਼ਨ ਕੰਪੈਰੀਜ਼ਨ ਕਰਕੇ ਦੇਖਾਂਗੇ ਕਿਹੜੀ ਚੀਜ਼ ਅੱਗੇ ਚੱਲੇਗੀ, ਕਿਹੜੀ ਚੀਜ਼ ਪਿੱਛੇ ਚੱਲੇਗੀ, ਜਾਂ ਦੋਨੇ ਸੇਮ ਚੱਲਣਗੀਆਂ। ਬੋਥ ਆਰ ਇਨ ਸੇਮ ਫੇਜ਼ ਔਰ ਦੇਰ ਇਜ਼ ਸਮ ਫੇਜ਼ ਡਿਫਰੈਂਸ ਬਿਟਵੀਨ E ਐਂਡ I। ਇਹ ਚੈੱਕ ਕਰਨਾ ਆਪਾਂ ਨੇ ਇਸ ਟੌਪਿਕ ਤੋਂ, ਠੀਕ ਹੈ। ਤਾਂ ਬੇਟਾ ਜਿਵੇਂ ਆਪਾਂ ਨੂੰ ਪਤਾ ਹੈ, ਅਕੋਰਡਿੰਗ ਟੂ ਓਮਸ ਲਾਅ, ਅਕੋਰਡਿੰਗ ਟੂ ਓਹਮਸ ਲਾਅ ਤੁਸੀਂ ਪੜ੍ਹਿਆ I = V/R, ਹੈ ਨਾ। ਮੈਂ ਤੁਹਾਨੂੰ ਦੱਸਿਆ ਵੀ ਸੀਗਾ ਆਪਣੇ ਪ੍ਰੀਵੀਅਸ ਵੀਡੀਓ 'ਚ ਵੀ ਓਹਮਸ ਲਾਅ ਅਲਟਰਨੇਟਿੰਗ ਕਰੰਟ 'ਤੇ ਵੀ ਲੱਗਦਾ ਹੈ। ਬਸ ਫਰਕ ਕਰਨਾ ਹੈ ਵੀ ਜੇ ਤੁਸੀਂ EMF ਦੀ ਇੰਸਟੈਂਟੇਨੀਅਸ ਵੈਲਿਊ ਲਓਗੇ ਤਾਂ ਕਰੰਟ ਦੀ ਵੀ ਇੰਸਟੈਂਟੇਨੀਅਸ ਵੈਲਿਊ ਆਏਗੀ। ਇਹਦੀ ਤੁਸੀਂ ਪੀਕ ਵੈਲਿਊ ਲਓਗੇ EMF ਦੀ ਤਾਂ ਕਰੰਟ ਦੀ ਵੀ ਪੀਕ ਵੈਲਿਊ ਆਏਗੀ। EMF ਦੀ ਤੁਸੀਂ ਮੀਨ ਵੈਲਿਊ ਲਓਗੇ ਤਾਂ ਕਰੰਟ ਦੀ ਵੀ ਮੀਨ ਵੈਲਿਊ ਆਏਗੀ। EMF ਦੀ ਅਗਰ ਤੁਸੀਂ RMS ਵੈਲਿਊ ਲਓਗੇ, ਵਰਚੁਅਲ ਵੈਲਿਊ ਲਓਗੇ, ਹੈ ਨਾ, ਤਾਂ ਕਰੰਟ ਦੀ ਵੀ ਵਰਚੁਅਲ ਵੈਲਿਊ ਆਏਗੀ। ਦੱਸਿਆ ਸੀ ਨਾ ਬੇਟਾ। ਇਟ ਇਜ਼ ਐਪਲੀਕੇਬਲ ਔਨ ਅਲਟਰਨੇਟਿੰਗ ਕਰੰਟ। ਓਹਮਸ ਲਾਅ ਅਲਟਰਨੇਟਿੰਗ ਕਰੰਟ 'ਤੇ ਐਪਲੀਕੇਬਲ ਹੈ, ਬਟ ਬੀ ਕੇਅਰਫੁਲ, ਜੋ EMF ਦੀ ਵੈਲਿਊ ਹੋਏਗੀ ਉਹੀ ਕਰੰਟ ਦੀ ਵੈਲਿਊ ਹੋਏਗੀ। ਇੰਸਟੈਂਟੇਨੀਅਸ ਵੈਲਿਊ ਤੋਂ ਇੰਸਟੈਂਟੇਨੀਅਸ ਵੈਲਿਊ, ਪੀਕ ਵੈਲਿਊ ਤੋਂ ਪੀਕ ਵੈਲਿਊ, ਮੀਨ ਵੈਲਿਊ ਤੋਂ ਮੀਨ ਵੈਲਿਊ, RMS ਵੈਲਿਊ ਤੋਂ RMS ਵੈਲਿਊ। ਓਕੇ। ਤਾਂ ਇੱਥੇ ਬੇਟਾ ਜੇ ਤੁਸੀਂ ਇੰਸਟੈਂਟੇਨੀਅਸ ਕਰੰਟ ਫਾਈਂਡ ਆਊਟ ਕਰਨਾ ਹੈ ਤਾਂ ਤੁਹਾਨੂੰ ਇੰਸਟੈਂਟੇਨੀਅਸ ਵੈਲਿਊ ਯੂਜ਼ ਕਰਨੀ ਪਏਗੀ। I = E/R, ਠੀਕ ਹੈ। E ਦੀ ਵੈਲਿਊ ਪੁੱਟ ਕਰ ਦਿਓ। E ਦੀ ਵੈਲਿਊ E naught sin omega t, ਤਾਂ ਇਹ ਬਣ ਗਿਆ I = ਬੇਟਾ E naught by, ਇਹਨੂੰ ਐਵੇਂ ਲਿਖ ਸਕਦੇ E naught by R × sin omega t ਲਿਖ ਸਕਦੇ ਨਾ। ਵਟ ਇਜ਼ E naught by R? E naught by R = I naught। ਇਹ ਬਣ ਗਈ ਕਰੰਟ ਦੀ ਇਕੁਏਸ਼ਨ। ਯੈਸ, ਬਣ ਗਈ ਇਹ ਕਰੰਟ ਦੀ ਇਕੁਏਸ਼ਨ। ਇਕੁਏਸ਼ਨ ਨੰਬਰ 2 ਆ EMF ਦੀ ਇਕੁਏਸ਼ਨ ਹੈ। ਦੋਨੇ ਇੱਕ EMF ਦੀ ਇਕੁਏਸ਼ਨ ਬਣ ਗਈ, ਕਰੰਟ ਦੀ ਇਕੁਏਸ਼ਨ ਬਣ ਗਈ। ਚੈੱਕ ਕਰੋ ਦੋਨੇ ਇਕੁਏਸ਼ਨ ਪਲੱਸ 'ਚ ਨੇ, ਗੁੱਡ। ਦੋਨੇ ਇਕੁਏਸ਼ਨ ਸਾਈਨ ਟ੍ਰਿਗਨੋਮੈਟ੍ਰਿਕ ਰੇਸ਼ੋ 'ਚ ਨੇ। ਇਹ ਵੀ ਸਾਈਨ ਦੀ ਫਾਰਮ 'ਚ ਹੈ, ਇਹ ਵੀ ਸਾਈਨ ਦੀ ਫਾਰਮ 'ਚ ਹੈ। ਆਹੀ ਦੋ ਚੀਜ਼ਾਂ ਚੈੱਕ ਕਰਨੀਆਂ ਹੁੰਦੀਆਂ ਨੇ ਜਦੋਂ ਅਸੀਂ ਫੇਜ਼ ਡਿਫਰੈਂਸ ਫਾਈਂਡ ਆਊਟ ਕਰਨਾ ਹੋਵੇ, ਦੋ ਕੁਆਂਟੀਟੀਜ਼ ਦਾ ਫੇਜ਼ ਡਿਫਰੈਂਸ ਫਾਈਂਡ ਆਊਟ ਕਰਨਾ ਹੋਵੇ ਤਾਂ ਚੈੱਕ ਕਰਿਆ ਕਰੋ ਦੋਨਾਂ ਦੀਆਂ ਇਕੁਏਸ਼ਨਸ ਪਲੱਸ 'ਚ ਨੇ, ਠੀਕ ਹੈ। ਕੀ ਦੋਨਾਂ ਦੀਆਂ ਇਕੁਏਸ਼ਨ ਸੇਮ ਟ੍ਰਿਗਨੋਮੈਟ੍ਰਿਕ ਰੇਸ਼ੋ 'ਚ ਨੇ? ਠੀਕ ਹੈ। ਦੈਟ ਮੀਨਸ ਫਸਟ ਦਾ ਵੀ ਫੇਜ਼ ਓਮੇਗਾ ਟੀ, ਸੈਕਿੰਡ ਦਾ ਵੀ ਫੇਜ਼ ਓਮੇਗਾ ਟੀ, ਮਤਲਬ EMF ਦਾ ਵੀ ਫੇਜ਼ ਓਮੇਗਾ ਟੀ, ਕਰੰਟ ਦਾ ਵੀ ਫੇਜ਼ ਓਮੇਗਾ ਟੀ, ਦੋਨਾਂ ਦਾ ਫੇਜ਼ ਡਿਫਰੈਂਸ 0। ਦੈਟ ਮੀਨਸ ਵੈਨ
circuit is purely resistive, then E and I are in same phase or having zero phase difference। दोनों च फेज डिफरेंस जीरो है या बोथ आर इन सेम फेज। सेम फेज का मतलब ध्यान नाल चैक करो, आ देखो मैं फेजर डायग्राम बना रहा। फेजर डायग्राम भी अगर EMF का एंगल ओमेगा टी है, EMF का एंगल ओमेगा टी है, फेज ओमेगा टी है ना, EMF का ये EMF है जिदा एंगल ओमेगा टी है, जिदा फेज ओमेगा टी है। तो करंट का भी एंगल ओमेगा टी ही है, करंट का भी एंगल ओमेगा टी ही है, ਉਹਦਾ भी फेज ओमेगा टी ही है। दोनों का फेज डिफरेंस जीरो है, बोथ आर इन सेम फेज। ਇਹਦਾ मीनिंग ये है बेटा, ये फेजर डायग्राम है, दिस इज फेजर डायग्राम बिटवीन E एंड I फॉर प्योरली रजिस्टिव सर्किट। केड़ा सर्किट बेटा? फॉर प्योरली रजिस्टिव सर्किट। ਇਹਦਾ मतलब यह है भी अगर विद रिस्पैक्ट टू टाइम अगर EMF में चेंज हो रही है तो जो करंट है, करंट इफ दिस इज द इक्वेशन ऑफ EMF, दिस इज द इक्वेशन ऑफ EMF, तो करंट भी जो EMF इंक्रीज हो रही है तो करंट भी इंक्रीज होएगा। EMF इंक्रीज हो रही है, करंट भी इंक्रीज होएगा। जो EMF मैक्सिमम पहुंच गई, व्हेन EMF बिकम्स मैक्सिमम करंट आल्सो बिकम्स मैक्सिमम। जो EMF डिक्रीज होएगी करंट भी डिक्रीज होएगा, EMF डिक्रीज होएगी करंट भी डिक्रीज होएगा, EMF जीरो होएगी करंट भी जीरो होएगा। EMF ने अपनी डायरेक्शन चेंज की, करंट भी अपनी डायरेक्शन चेंज करेगा। EMF इंक्रीज होएगी करंट भी इंक्रीज होएगा, EMF इंक्रीज होएगी करंट भी इंक्रीज होएगा। EMF बिकम्स मैक्सिमम, करंट आल्सो बिकम्स मैक्सिमम। फिर EMF डिक्रीज होएगी करंट भी डिक्रीज होएगा, EMF डिक्रीज होएगी करंट भी डिक्रीज होएगा, है ना। सो दिस इज इक्वेशन ऑफ करंट। दोनों इकट्ठे चलणगे, जो EMF इंक्रीज हो रही है उदों करंट भी इंक्रीज होएगा। जो EMF मैक्सिमम है करंट भी मैक्सिमम है, EMF डिक्रीज हो रही है करंट भी डिक्रीज होएगा। EMF डायरेक्शन चेंज करेगी करंट भी डायरेक्शन चेंज करेगा। EMF इंक्रीज होएगी करंट भी इंक्रीज, EMF मैक्सिमम करंट भी मैक्सिमम, EMF डिक्रीज करंट भी डिक्रीज। EMF अपनी डायरेक्शन चेंज करेगी करंट भी अपनी डायरेक्शन चेंज करेगा। जिमें जिमें EMF वेरी करेगी उमें उमें करंट वेरी करेगा। कदों? वैन सर्किट इज प्योरली रजिस्टिव। तो भूलना नहीं हैगा भी जदों सर्किट प्योरली रजिस्टिव होवे, वैन सर्किट इज प्योरली रजिस्टिव, उदों EMF ते करंट सेम चलते हैं, बोथ आर इन सेम फेज, बोथ आर इन सेम फेज। इन्हां दे विच फेज डिफरेंस जीरो, बोथ आर इन सेम फेज। E and I both are in same phase, same phase या phase difference zero। ओके, when circuit is purely resistive। ये बेटा ਆਪਾਂ ने purely resistive circuit ਦਾ फर्स्ट टॉपिक ਕੀਤਾ है। फर्स्ट टॉपिक फेज रिलेशन बिटवीन E and I when circuit is purely resistive। ਐਵੇਂ ਆਪਾਂ ਨੇ फेज रिलेशन फाइंड आउट करने ने when circuit is purely capacitive, when circuit is purely inductive। जो सर्किट च कला कैपेसीटर लग्या होवे, कली कोयल, कोयल किनू कहते होंगे ने, इंडक्टर, इंडक्टर लग्या होवे, है ना, उवें भी फाइंड करने ने। फिर आप फाइंड करांगे जो दो दो चीज़ां लगियां होन, रजिस्टेंस ते कोयल लगी होवे, रजिस्टेंस ते कैपेसीटर लग्या होवे, इंडक्टर ते कोयल लगी हो, इंडक्टर एंड कैपेसीटर लग्या होवे, एवें। फिर आप फाइंड करांगे तिन्ने चीज़ां लगियां होन, रजिस्टेंस भी लगी होवे, कोयल भी लग्या होवे, कैपेसीटर भी लग्या होवे, फिर फेज रिलेशन बिटवीन E एंड I कितना है। एवें ना अपने को नियर अबाउट 8 या 9 टॉपिक्स हैं। ये अपने फर्स्ट टॉपिक किया हले, अपने कोल 8 या 9 टॉपिक्स हैं। इन्हां 8 या 9 टॉपिक्स दे विच असी E एंड I दे विच ही फेज रिलेशन फाइंड आउट करने ने फॉर डिफरेंट सर्किट, फॉर डिफरेंट सर्किट।
एक कल्ले रजिस्टेंस वाला सी, इस तो अगला टॉपिक आएगा जिस च कल्ली कोयल होएगी, फिर उस तो अगला टॉपिक आएगा जिस च कल्ला कैपेसिटर होएगा, फिर उस तो अगला टॉपिक आएगा जिस च दो चीज़ां होणगियां, रजिस्टेंस ते कोयल, फिर रजिस्टेंस ते कैपेसिटर, फिर कोयल ते कैपेसिटर हो गए, फिर तिन्ने वाला आएगा जिस च तिन्ने चीज़ां लगियां होण। सारिਆਂ ਦੇ ਆਪਾਂ ਨੇ E एंड I च फेज रिलेशन फाइंड आउट करने ने भी जिमें रजिस्टेंस वाले टॉपिक च E एंड I दोने सेम फेज चलते हैं, दोनों का फेज सेम है, फेज डिफरेंस 0 है, कि बाकियां च भी एवें हुंदा है या किसी दे विच करंट अगे निकलता है, किसी च EMF अगे निकलती है, ये सारा आएगा अगे बेटा अगलियां वीडियोस देखोगे। बट यू अंडरस्टैंड भी असी की करना है, हुण समझ गए ना भी की करना है, असी हुण आह वाले टॉपिक्स स्टडी करने। ओके, थैंक यू वेरी मच।